द ਬੈਨੀਪਾਲ ਨੈਟਵਰਕ ਤੋਂ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਸਵਾਗਤ ਤੇ ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਕਾਫੀ ਖਬਰਾਂ ਨੇ, ਕਈ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਵਿਚਾਰ ਚਰਚਾ ਕਰਨੀ ਹੈ। ਆਓ ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹ ਖਬਰਾਂ ਕਿਹੜੀਆਂ ਨੇ ਉਹਨਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂ। ਕਿਸਾਨ ਜਥੇਬੰਦੀਆਂ ਨੇ ਕੇਂਦਰ ਦਾ ਸੱਦਾ ਕੀਤਾ ਪ੍ਰਵਾਨ। किसान मजदूर संघर्ष कमेटी ने यह सद्दा ठुकराया। भारत अपने इतिहास विच पहली बार आर्थिक मंदी वल। बिहार चोणां जितण तो बाद नीतीश अते भाजपा दे मत्थे ते चिंता दीआं लकीरां। पसंदीदा भोजन का नाम सुन के 62 दिनों बाद एक व्यक्ति कोमा विचों बाहर। हिजाब बनिया न्यूजीलैंड की पुलिस वर्दी का हिस्सा। ट्रंप ने अलास्का सूबे विच जित कीती दर्ज। ये दोस्तों कुछ खबरां ने जिन्हां दे उत्ते विस्तार नाल चर्चा करनी है। खास करके बीते कई दिनों तो बिहार विधान सभा दीआं चोणां होण तो बाद तुसीं बहुत सारे कमेंट कीते ने कि बिहार दी होई चोण दे उत्ते विस्तार नाल चर्चा करियो। कोशिश करांगा कि अज इस मसले दे उत्ते गलबात करां। ਅਤੇ ਨਾਲ ही जेकर हले तक अपने तुसीं इस चैनल नूं सबसक्राइब नहीं कीता, किरपा करके सबसक्राइब करके नोटिफिकेशन वाली घंटी जरूर नप लैनी ताकि रोज़ाना की अपनी ये मुलाकात ਅਤੇ अपडेट्स एक दूसरे नाल साझीਆਂ ਹੁੰਦੀਆਂ रहन। तो आओ सब तो पहली खबर वड्डी खबर है। अमरीका ਦੇ ਵਿੱਚ 3 नवंबर ਨੂੰ ਚੋਣਾਂ भी हो ਗਈਆਂ। ਉਹਦੇ ਤੋਂ ਬਾਅਦ ਬਹੁਤੇ ਨਤੀਜੇ भी आ गए। ਲੋੜੀਂਦਾ ਹਿੱਸਾ ਜਿਹੜਾ ਇੱਕ ਰਾਸ਼ਟਰਪਤੀ ਨੂੰ ਬਣਨ ਵਾਸਤੇ ਅੰਕੜਾ ਚਾਹੀਦਾ ਉਹ ਜੋ ਬਾਈਡਨ ਨੇ ਪ੍ਰਾਪਤ ਵੀ ਕਰ ਲਿਆ। ਇਸ ਦੇ ਬਾਵਜੂਦ ਹਾਲੇ ਤੱਕ ਰਾਸ਼ਟਰਪਤੀ ਟਰੰਪ ਨੇ ਹਾਰ ਸਵੀਕਾਰ ਨਹੀਂ ਕੀਤੀ ਤੇ ਕਈਆਂ ਸੂਬਿਆਂ ਦੇ ਵਿੱਚ ਗਿਣਤੀ ਦੁਬਾਰਾ ਕੀਤੀ ਜਾਣ ਦੀ ਸੰਭਾਵਨਾ ਸੀ ਤੇ ਹੋਵੇਗੀ। ਤੇ ਰਾਸ਼ਟਰਪਤੀ ਟਰੰਪ ਨੇ ਖਬਰ ਮਿਲ ਰਹੀ ਹੈ ਕਿ ਅਲਾਸਕਾ ਦੇ ਵਿੱਚ ਸਖਤ ਮੁਕਾਬਲੇ ਦੇ ਵਿੱਚੋਂ ਜਿੱਤ ਹਾਸਲ ਕਰ ਲਈ ਹੈ। ਇਸ ਦੇ ਨਾਲ ਹੀ ਇਲੈਕਟੋਰਲ ਕਾਲਜ ਵੋਟ ਵੱਧ ਕੇ ਹੁਣ ਉਹਨਾਂ ਦੇ 217 ਹੋ ਗਏ ਨੇ ਤੇ ਰਿਪਬਲਿਕਨ ਪਾਰਟੀ ਨੇ ਅਲਾਸਕਾ ਦੀ ਸੈਨੇਟ ਸੀਟ ਤੇ ਵੀ ਆਪਣੀ ਪਕੜ ਕਾਇਮ ਰੱਖ ਲਈ ਹੈ ਅਤੇ ਇਸ ਦੇ ਨਾਲ ਹੀ 100 ਮੈਂਬਰੀ ਅਮਰੀਕੀ ਸੈਨੇਟ ਵਿੱਚ 50 ਹੁਣ ਰਿਪਬਲਿਕਨ ਦੇ ਭਾਵ 50 ਉਹਨਾਂ ਦੇ ਨਾਮ ਹੋ ਚੁੱਕੇ ਨੇ। ਟਰੰਪ ਨੂੰ ਅਲਾਸਕਾ ਦੇ ਵਿੱਚ 56.9% ਜਦੋਂ ਕਿ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਅਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੂੰ 39.1% ਵੋਟ ਪ੍ਰਾਪਤ ਹੋਏ ਹੈ। ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ ਟਰੰਪ ਦੇ ਇਲੈਕਟੋਰਲ ਕਾਲਜ ਵੋਟਾਂ ਦੀ ਗਿਣਤੀ ਵੱਧ ਕੇ ਹੁਣ 217 ਹੋ ਗਈ, ਜਦੋਂ ਕਿ ਪਹਿਲਾਂ ਹੀ ਜਿੱਤ ਐਲਾਨੀ ਜਾ ਚੁੱਕੀ ਹੈ ਕਿ ਬਾਈਡਨ ਜਿੱਤ ਚੁੱਕੇ ਨੇ ਕਿਉਂਕਿ ਲੋੜੀਂਦਾ ਅੰਕੜਾ ਉਹਨਾਂ ਨੇ ਪ੍ਰਾਪਤ ਕਰ ਲਿਆ। ਤੇ ਦੂਸਰੇ ਪਾਸੇ ਜਾਰਜੀਆ ਸੂਬੇ ਦੇ ਵਿੱਚ ਵੀ ਇਹਨਾਂ ਵੋਟਾਂ ਦੀ ਗਿਣਤੀ ਦੁਬਾਰਾ ਹੋਵੇਗੀ ਕਿਉਂਕਿ ਜੋ ਬਾਈਡਨ ਰਾਸ਼ਟਰਪਤੀ ਟਰੰਪ ਤੋਂ ਲਗਭਗ 14,000 ਵੋਟਾਂ ਨਾਲ ਅੱਗੇ ਚੱਲ ਰਹੇ ਹੈ। ਟਰੰਪ ਨੇ ਇਸ ਚੋਣ ਦੇ ਵਿੱਚ ਮੈਂ ਦੱਸ ਰਿਹਾ ਸੀ ਕਿ ਹਾਲੇ ਤੱਕ ਆਪਣੀ ਹਾਰ ਸਵੀਕਾਰੀ ਨਹੀਂ, ਜਿਸ ਦੇ ਉੱਤੇ ਕੱਲ੍ਹ ਜੋ ਬਾਈਡਨ ਨੇ ਆਖਿਆ ਸੀ ਕਿ ਅਮਰੀਕੀ ਲੋਕਤੰਤਰ ਦੇ ਵਾਸਤੇ ਇਹ ਇੱਕ ਸ਼ਰਮਨਾਕ ਵਰਤਾਰਾ ਹੈ। ਹਾਰ ਹੀ ਨਹੀਂ ਕਿ ਇਕੱਲੀ ਸਵੀਕਾਰ ਕੀਤੀ, ਇਹਦੇ ਨਾਲ ਨਾਲ ਰਾਸ਼ਟਰਪਤੀ ਟਰੰਪ ਇਹਨਾਂ ਚੋਣਾਂ ਦੇ ਵਿੱਚ ਘੁਟਾਲਾ, ਫਰਜ਼ੀ ਵੋਟਾਂ, ਇਹ ਸਾਰੇ ਦੋਸ਼ ਲਗਾਤਾਰ ਲਾ ਰਹੇ ਨੇ। ਹੁਣ ਜਾਰਜੀਆ ਸੂਬੇ ਦੇ ਜਿਹੜੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਨੇ ਮਿਸਟਰ ਬ੍ਰੈਡ, ਉਹ ਖੁਦ ਰਿਪਬਲਿਕਨ ਵੀ ਨੇ। ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਉਹ ਕਹਿੰਦੇ ਦੇਖੋ ਸਾਡੇ ਸੂਬੇ ਦੇ ਵਿੱਚ ਵੋਟਾਂ ਦਾ ਅੰਤਰ ਫਰਕ ਬੜਾ ਘੱਟ ਹੈ, ਇਸ ਕਰਕੇ ਸਾਰੀਆਂ ਕਾਉਂਟੀਆਂ ਜਿਹੜੀਆਂ 159 ਨੇ ਹੱਥਾਂ ਦੇ ਨਾਲ ਇਕੱਲੀ ਵੋਟ ਗਿਣੀ ਜਾਏਗੀ ਤਾਂ ਕਿ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅਲਾਸਕਾ ਵਾਂਗ ਅਸੀਂ ਜਾਰਜੀਆ ਸੂਬੇ ਦੇ ਵਿੱਚ ਵੀ ਜਿੱਤ ਦਰਜ ਕਰ ਲਈਏ। ਸੋ ਵੇਖਣਾ ਹੋਏਗਾ ਕਿ ਜਾਰਜੀਆ ਸੂਬੇ ਦੇ ਵੋਟਾਂ ਦੀ ਗਿਣਤੀ ਤੋਂ ਬਾਅਦ ਕਿ ਇੱਥੇ ਰਾਸ਼ਟਰਪਤੀ ਟਰੰਪ ਜਿੱਤਦੇ ਹੈ ਜਾਂ ਇਹ ਸੂਬਾ ਜੋ ਬਾਈਡਨ ਦੇ ਖਾਤੇ ਵਿੱਚ ਹੀ ਰਹਿੰਦਾ ਹੈ। ਸੋ ਅਗਲੀ ਖਬਰ ਜਿਸ ਦੇ ਉੱਤੇ ਕੇਂਦਰ ਸਰਕਾਰ ਦੀਆਂ, ਪੰਜਾਬ ਸਰਕਾਰ ਦੀਆਂ, ਕਿਸਾਨਾਂ ਦੀਆਂ ਤੇ ਕਿਸਾਨ ਜਥੇਬੰਦੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ ਉਹ ਇਹ ਕਿ ਕੱਲ੍ਹ ਮੀਟਿੰਗ ਕੀਤੀ ਸੀ ਕਿਸਾਨ ਜਥੇਬੰਦੀਆਂ ਨੇ ਕਿ ਕੀ ਕੇਂਦਰ ਦਾ ਸੱਦਾ ਪ੍ਰਵਾਨ ਕਰਨਾ ਹੈ ਜਾਂ ਅਪ੍ਰਵਾਨ ਕਰਨਾ ਹੈ। ਹੁਣ ਜਾਣਕਾਰੀ ਮਿਲ ਰਹੀ ਹੈ ਕਿ ਕੇਂਦਰ ਸਰਕਾਰ ਦੇ ਨਾਲ ਅੱਜ ਹੋਣ ਵਾਲੀ ਮੀਟਿੰਗ ਦੇ ਵਿੱਚ ਕਿਸਾਨ ਜਥੇਬੰਦੀਆਂ ਸ਼ਾਮਲ ਹੋਣਗੀਆਂ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਦੇ ਵਿੱਚ ਕਿਸਾਨ ਜਥੇਬੰਦੀਆਂ ਦਿੱਲੀ ਜਾਣਗੀਆਂ ਜਿੱਥੇ ਕੇਂਦਰ ਸਰਕਾਰ ਦੇ ਨਾਲ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਸੰਬੰਧੀ ਗੱਲਬਾਤ ਕੀਤੀ ਜਾਏਗੀ। ਇਸ ਦੇ ਨਾਲ ਹੀ ਕਿਸਾਨ ਯੂਨੀਅਨ ਨੇ ਬੈਠਕ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਆ ਹੋਣ ਵਾਲੀ ਮੀਟਿੰਗ ਵਿੱਚ ਕੋਈ ਗੱਲਬਾਤ ਸਿਰੇ ਨਾ ਲੱਗੀ
ਤਾਂ 26 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦਾ ਘਿਰਾਓ ਕੀਤਾ ਜਾਣਾ ਨਿਸ਼ਚਿਤ ਹੈ ਅਤੇ ਨਾਲ ਹੀ ਉਹ ਕਹਿੰਦੇ ਅਸੀਂ ਟਰੈਕਟਰ ਟਰਾਲੀਆਂ ਲੈ ਕੇ ਜਾਵਾਂਗੇ। 26 ਅਤੇ 27 ਨਵੰਬਰ ਨੂੰ ਰੋਸ ਪ੍ਰਦਰਸ਼ਨ ਕਰਾਂਗੇ। ਕਿਉਂਕਿ ਮੈਂ ਪਹਿਲਾਂ ਵੀ ਇੱਕ ਵਾਰੀ ਜ਼ਿਕਰ ਕੀਤਾ ਸੀ ਕਿ ਭਾਵੇਂ ਹਾਲੇ ਤੱਕ ਇਹ ਆਖਿਆ ਜਾ ਰਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਇਸ ਰੋਸ ਪ੍ਰਦਰਸ਼ਨ ਦੇ ਵਾਸਤੇ ਜੋ ਦਿੱਲੀ ਚੱਲੋ ਦਾ ਸੱਦਾ ਦਿੱਤਾ ਹੈ ਉਹਦੇ ਵਾਸਤੇ ਮਨਜ਼ੂਰੀ ਨਹੀਂ ਦਿੱਤੀ ਗਈ। ਜਿੱਥੇ ਕਿਸਾਨ ਜਥੇਬੰਦੀਆਂ ਨੇ ਦੁਬਾਰਾ ਦਿੱਲੀ ਪੁਲਿਸ ਕਮਿਸ਼ਨਰ ਨੂੰ ਕਿਹਾ ਸੀ ਕਿ ਗੌਰ ਫਰਮਾਈ ਜਾਵੇ ਤੇ ਸਾਨੂੰ ਆਗਿਆ ਦਿੱਤੀ ਜਾਵੇ। ਤੁਹਾਨੂੰ ਯਾਦ ਹੀ ਹੈ ਜਿਹਦੇ ਕਾਰਨ ਇਹ ਰੋਸ ਇਹ ਪ੍ਰਦਰਸ਼ਨ ਹੋ ਰਹੇ ਨੇ ਕਿ ਕੇਂਦਰ ਸਰਕਾਰ ਨੇ ਕਾਨੂੰਨ ਬਣਾ ਦਿੱਤਾ ਕਿ ਆਪਣੀ ਜਿਣਸ ਕਿਸਾਨ ਕਿਸੇ ਵੀ ਥਾਂ ਲਿਜਾ ਕੇ ਵੇਚ ਸਕਦਾ। ਟਰਾਲੀਆਂ ਦੇ ਵਿੱਚ ਰੱਖਣ 2-2 4-4 ਬੋਰੀਆਂ। ਜੇ ਕੋਈ ਪੁਲਿਸ ਵਾਲਾ ਰਸਤੇ 'ਚ ਪੁੱਛੇ ਭਾਈ ਆਪਣੀ ਜਿਣਸ ਵੇਚਣ ਚੱਲਿਆ, ਕਿਉਂਕਿ ਕਾਨੂੰਨ ਭਾਰਤ ਦੇ ਵਿੱਚ ਬਣ ਚੁੱਕਿਆ। ਸੋ ਹੁਣ ਇਹ ਕਹਿੰਦੇ ਅਸੀਂ ਟਰੈਕਟਰ ਟਰਾਲੀਆਂ ਲੈ ਕੇ ਜਾਵਾਂਗੇ ਤੇ 26 ਤੇ 27 ਨਵੰਬਰ ਨੂੰ ਰੋਸ ਪ੍ਰਦਰਸ਼ਨ ਅਸੀਂ ਕਰਾਂਗੇ ਜੇਕਰ ਕੋਈ ਗੱਲ ਤਣ ਪੱਤਣ ਨਾ ਲੱਗੀ। ਇਹਦੇ ਨਾਲ ਹੀ ਕਿਸਾਨ ਯੂਨੀਅਨਾਂ ਦਾ ਇਹ ਵੀ ਕਹਿਣਾ ਹੈ ਕਿ ਅੰਦੋਲਨ ਚੱਲਦਾ ਰਹਿਣਾ। ਉਹਨਾਂ ਕਿਹਾ ਕਿ ਕੇਂਦਰ ਨਾਲ ਹੋਣ ਵਾਲੀ ਮੀਟਿੰਗ ਦੇ ਦੌਰਾਨ ਰੇਲ ਮੰਤਰੀ ਸ਼ਾਮਲ ਹੋਣਗੇ, ਜਿਨ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਰੇਲ ਗੱਡੀਆਂ ਚਲਾਉਣ ਸੰਬੰਧੀ ਗੱਲਬਾਤ ਵੀ ਕੀਤੀ ਜਾਣੀ ਹੈ। ਤੇ ਕੇਂਦਰ ਸਰਕਾਰ ਤੇ ਕਿਸਾਨ ਯੂਨੀਅਨਾਂ ਦੇ ਇਹ ਜਿਹੜੇ ਮੁਖੀ ਨੇ ਇਹ ਵਰੇ ਵੀ ਹੈ। ਇਹ ਕਹਿੰਦੇ ਸਾਨੂੰ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਨਵੇਂ ਖੇਤੀ ਕਾਨੂੰਨ ਨਹੀਂ ਚਾਹੀਦੇ। ਅਸੀਂ ਇਹਨਾਂ ਕਾਨੂੰਨਾਂ ਨੂੰ ਚਾਹੁੰਦੇ ਹਾਂ ਕਿ ਰੱਦ ਕੀਤਾ ਜਾਵੇ, ਕਿ ਕੇਂਦਰ ਸਰਕਾਰ ਹਰ ਹਾਲਤ ਵਿੱਚ ਇਹਨਾਂ ਨੂੰ ਰੱਦ ਕਰੇ। ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਕੇਂਦਰ ਨਾਲ ਮੀਟਿੰਗ ਤੋਂ ਬਾਅਦ 18 ਨਵੰਬਰ ਨੂੰ ਫਿਰ ਤੋਂ ਕਿਸਾਨ ਜਥੇਬੰਦੀਆਂ ਮੀਟਿੰਗ ਕਰਨਗੀਆਂ, ਜਿਸ ਦੇ ਵਿੱਚ ਉਹ ਅਗਲੀ ਰਣਨੀਤੀ ਆ ਬੈਠਕ ਵਿੱਚ ਕੀ ਕੁਝ ਹੁੰਦਾ ਉਹਦੇ ਤੋਂ ਬਾਅਦ ਵਿਚਾਰੀ ਜਾਏਗੀ। ਹੁਣ ਇੱਥੇ ਇਹ ਗੱਲ ਬਹੁਤ ਵਰਣਨਯੋਗ ਹੈ ਜਾਂ ਦੱਸਣਯੋਗ ਹੈ ਕਿ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਆ ਜਿਹੜੀ 12 ਨਵੰਬਰ ਨੂੰ ਕਿਸਾਨ ਭਵਨ ਚੰਡੀਗੜ੍ਹ ਦੇ ਵਿੱਚ ਕੇਂਦਰ ਦੇ ਨਾਲ ਗੱਲਬਾਤ ਸੰਬੰਧੀ ਫੈਸਲੇ ਬਾਰੇ ਮੀਟਿੰਗ ਹੋਣੀ ਸੀ, ਉਹਦੇ ਵਿੱਚ ਇਹਨਾਂ ਨੇ 30 ਜਥੇਬੰਦੀਆਂ ਨੇ ਤੇ ਫੈਸਲਾ ਕਰ ਲਿਆ ਕਿ ਭਾਈ ਅਸੀਂ ਉਸ ਮੀਟਿੰਗ ਦੇ ਵਿੱਚ ਜਾਣਾ ਹੈ, ਜਿਸ ਦੇ ਵਿੱਚ ਲਗਭਗ 30 ਦੀਆਂ 30 ਜਥੇਬੰਦੀਆਂ ਦੇ ਅਹੁਦੇਦਾਰ ਸ਼ਾਮਲ ਹੋਏ, ਜਿਸ ਦੇ ਵਿੱਚ ਇੱਕ ਮਤ ਰਹੇ ਇੱਕ ਮੁੱਠ ਰਹੇ। ਪਰ ਦੂਸਰੇ ਪਾਸੋਂ ਖਬਰ ਮਿਲ ਰਹੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ। ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਦੇ ਬਾਹਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਹਾਲੇ ਵੀ ਰੇਲ ਰੋਕੋ ਅੰਦੋਲਨ ਚੱਲ ਰਿਹਾ ਤੇ ਜਿਹੜਾ ਕੱਲ 50ਵੇਂ ਦਿਨ ਵਿੱਚ ਸੀ ਤੇ ਅੱਜ 51ਵੇਂ ਦਿਨ ਵਿੱਚ ਪਹੁੰਚ ਗਿਆ। ਉਹ ਕਹਿੰਦੇ ਕੇਂਦਰੀ ਮੰਤਰੀਆਂ ਦੇ ਨਾਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਸੀ, ਪਰ ਅਸੀਂ ਇਹ ਕੋਰ ਕਮੇਟੀ ਦੇ ਵਿੱਚ ਫੈਸਲਾ ਕਰ ਲਿਆ ਕਿ ਅਸੀਂ ਇਸ ਮੀਟਿੰਗ ਦਾ ਹਿੱਸਾ ਨਹੀਂ ਬਣਨਾ ਤੇ ਉਹਨਾਂ ਨੇ ਇਹ ਸੱਦਾ ਨਾ ਮਨਜ਼ੂਰ ਕਰ ਦਿੱਤਾ ਹੈ। ਉਹ ਕਹਿੰਦੇ ਬਿਹਾਰ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਦਾਅਵੇ ਕੀਤੇ ਜਾ ਰਹੇ ਹੈ। ਬਿਹਾਰ ਦੀਆਂ ਚੋਣ ਰੈਲੀਆਂ ਵਿੱਚ ਵੀ ਦਾਅਵਾ ਕੀਤਾ ਹੈ। ਦਾਅਵਾ ਕਿਸੇ ਹੋਰ ਨੇ ਨਹੀਂ, ਨਰਿੰਦਰ ਮੋਦੀ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਕੀਤਾ। ਵਾਰਾਣਸੀ ਦੇ ਵਿੱਚ ਇੱਕ ਚੋਣ ਰੈਲੀ ਨੂੰ ਨਹੀਂ ਸਗੋਂ ਇੱਕ ਵਰਚੁਅਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵੀ ਉਹਨਾਂ ਨੇ ਕਿਹਾ ਕਿ ਇਹ ਕਾਨੂੰਨ ਰੱਦ ਨਹੀਂ ਕੀਤੇ ਜਾਣਗੇ, ਇਹ ਕਿਸਾਨਾਂ ਦੇ ਹਿੱਤ ਵਿੱਚ ਨੇ, ਸਗੋਂ ਵਿਚੋਲਿਆਂ ਨੂੰ ਬਾਹਰ ਕਰਨ ਵਾਲੇ ਨੇ। ਉਹ ਕਹਿੰਦੇ ਕਿ ਅਸੀਂ ਫੈਸਲਾ ਕਰ ਲਿਆ ਕਿ ਇਸ ਮੀਟਿੰਗ ਦਾ ਹਿੱਸਾ ਨਹੀਂ ਬਣਨਾ। ਇਹ ਗੱਲ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਉਹ ਆਖ ਰਹੇ ਸੀ। ਉਹ ਕਹਿੰਦੇ ਪੰਜਾਬ ਦੇ ਵਿੱਚ ਅੰਦੋਲਨ ਚੱਲ ਰਿਹਾ ਹੈ, ਜਿਸ ਲਈ ਖੇਤੀਬਾੜੀ ਸੰਬੰਧੀ ਮੁਸ਼ਕਲਾਂ ਦੇ ਉੱਪਰ ਗੱਲਬਾਤ ਦਾ ਸੱਦਾ ਦਿੱਤਾ ਸੀ, ਪਰ ਅਸੀਂ ਇਸ ਸੱਦੇ ਨੂੰ ਠੁਕਰਾ ਦਿੱਤਾ। ਉਹ ਕਹਿੰਦਾ ਕਾਰਨ ਇਹਦਾ ਇਹ ਵੀ ਹੈ ਕਿ ਹੁਣ ਪੰਜਾਬ ਦੇ ਵਿੱਚ ਲਗਭਗ 100 ਤੋਂ ਵੱਧ ਥਾਵਾਂ ਤੇ ਹਲੇ ਵੀ ਪ੍ਰਦਰਸ਼ਨ ਚੱਲ ਰਹੇ ਨੇ। ਇਹ ਅੰਦੋਲਨ ਜੇਕਰ ਕਦੇ ਪੂਰੇ ਭਾਰਤ ਦੇ ਵਿੱਚ ਵੇਖੀ ਤਾਂ ਘੱਟੋ ਘੱਟ 250 ਜਥੇਬੰਦੀਆਂ ਨੇ ਜਿਹੜੀਆਂ ਦੇਸ਼ ਵਿਆਪੀ ਅੰਦੋਲਨ ਇਸ ਵਕਤ ਚਲਾ ਰਹੀਆਂ ਨੇ। ਕਹਿੰਦੇ ਜੋ ਕੇਂਦਰ ਦੇ ਇਸ ਸੱਦੇ ਦੇ ਉੱਪਰ ਜਾਂਦੇ ਨੇ ਤਾਂ ਇਹਦਾ ਮਤਲਬ ਇਹ ਹੋ ਗਿਆ ਕਿ ਇਹ ਪੰਜਾਬ ਦੀਆਂ ਸਿਰਫ ਕਿਸਾਨ ਜਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਤੇ ਬਾਕੀ ਦੀਆਂ 250 ਜਥੇਬੰਦੀਆਂ ਹੋਰ ਨਾ ਵੱਖੋ-ਵੱਖ ਸੂਬਿਆਂ ਦੇ ਵਿੱਚ ਅੰਦੋਲਨ ਕਰ ਰਹੀਆਂ ਨੇ। ਇਹ ਤਾਂ ਸਿੱਧ ਮਸਿੱਧੀ ਫਿਰ ਫੁੱਟ ਹੋ ਗਈ। ਇਹ ਕਿਸਾਨ ਆਗੂ ਦਾ ਕਹਿਣਾ ਸੀ ਕਿ ਜੇਕਰ ਭਾਰਤ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਬੁਲਾਇਆ ਹੁੰਦਾ, ਪ੍ਰਧਾਨ ਮੰਤਰੀ ਮੋਦੀ ਇਸ ਮੀਟਿੰਗ ਦਾ ਹਿੱਸਾ ਹੁੰਦੇ ਤੇ ਫਿਰ ਅਸੀਂ ਇਸ ਮੀਟਿੰਗ ਦਾ ਹਿੱਸਾ ਬਣ ਜਾਂਦੇ। ਉਹ ਕਹਿੰਦੇ ਸਾਡਾ ਇਹ ਅੰਦੋਲਨ ਵੀ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਇਹਦੇ ਨਾਲ ਅਸੀਂ ਕਹਿੰਦੇ ਇਹ ਵੀ ਸੱਦਾ ਦੇ ਰਹੇ ਹਾਂ ਕਿ ਆਉਣ ਵਾਲੀ ਦੀਵਾਲੀ ਕਾਲੀ ਦੀਵਾਲੀ ਮਨਾਈ ਜਾਵੇ। ਉਹ ਕਹਿੰਦੇ ਇਕੱਲੇ ਕਿਸਾਨਾਂ ਦਾ ਨਹੀਂ, ਆ ਮੋਦੀ ਦੀਆਂ ਨੀਤੀਆਂ ਨੇ ਇਕੱਲੇ ਕਿਸਾਨ ਦਾ ਨਹੀਂ, ਮਜ਼ਦੂਰ ਦਾ ਨਹੀਂ, ਸਗੋਂ ਵਪਾਰੀਆਂ ਦਾ ਵੀ ਲੱਕ ਤੋੜ ਕੇ ਰੱਖ ਦਿੱਤਾ। ਉਹ ਕਹਿੰਦੇ ਹੁਣ ਵੇਲਾ ਆ ਗਿਆ ਕਿ ਸਾਨੂੰ ਉਹਨਾਂ ਦੀਆਂ ਲੂੰਬੜ ਚਾਲਾਂ ਦੇ ਵਿੱਚ ਆਉਣ ਦੀ ਜ਼ਰੂਰਤ ਨਹੀਂ, ਸਗੋਂ ਸਾਨੂੰ ਇਸ ਵਕਤ ਇੱਕ ਮੁੱਠ ਹੋਣ ਦੀ ਜ਼ਰੂਰਤ ਆ। ਕਹਿੰਦੇ ਕਿਸਾਨ ਖੁਦਕੁਸ਼ੀਆਂ ਕਰੀ ਜਾ ਰਿਹਾ ਹੈ, ਪੰਜਾਬ ਦੀ ਆਰਥਿਕ ਨਾਕੇਬੰਦੀ ਕੀਤੀ ਜਾ ਰਹੀ ਹੈ,
ਤੇ ਦੂਸਰੇ ਪਾਸੇ ਸਾਨੂੰ ਗੱਲਬਾਤ ਦੇ ਸੱਦੇ ਵੀ ਦਿੱਤੇ ਜਾ ਰਹੇ ਨੇ। ਤੇ ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਤੁਹਾਨੂੰ ਪਤਾ ਕਿ ਉਹ ਵੱਖਰੇ ਤੌਰ ਤੇ ਆਪਣਾ ਸੰਘਰਸ਼ ਕਰ ਰਹੀ ਹੈ। ਉਹਨਾਂ ਨੇ ਆਖਿਆ ਕਿ ਅਸੀਂ ਵੀ ਇਸ ਮੀਟਿੰਗ ਦਾ ਹਿੱਸਾ ਬਣਨ ਦੇ ਵਾਸਤੇ ਸਹਿਮਤ ਹਾਂ। ਉਹ ਕਹਿੰਦੇ ਹਾਲੇ ਸਾਨੂੰ ਇਸ ਗੱਲ ਦਾ ਇਲਮ ਨਹੀਂ ਕਿ ਕੋਈ ਪ੍ਰਾਪਤੀ ਹੋਵੇਗੀ ਜਾਂ ਨਾ ਹੋਵੇਗੀ, ਪਰ ਇਸ ਦੇ ਬਾਵਜੂਦ ਵੀ ਅਸੀਂ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ। ਨਾ ਉਮੀਦੀ ਦੇ ਕਾਰਨ ਉਹਨਾਂ ਨੇ ਗਿਣਾਏ ਜ਼ਰੂਰ ਨੇ। ਉਹ ਕਹਿੰਦੇ ਪਿਛਲੀ ਜਦੋਂ ਕੇਂਦਰੀ ਖੇਤੀਬਾੜੀ ਸੈਕਟਰੀ ਦੇ ਨਾਲ ਮੀਟਿੰਗ ਹੋਈ ਸੀ, ਉਸ ਵਕਤ ਜਥੇਬੰਦੀ ਦੇ ਆਗੂ ਉਹਨਾਂ ਨੂੰ ਇੱਕ ਮੰਗ ਪੱਤਰ ਦੇ ਕੇ ਆਏ ਸੀ। ਉਹ ਕਹਿੰਦੇ ਜੇਕਰ ਸਰਕਾਰ ਗੰਭੀਰ ਹੁੰਦੀ ਤਾਂ ਮੰਗ ਪੱਤਰ ਜਿਹੜਾ ਅਸੀਂ ਦੇ ਕੇ ਆਏ ਸੀ ਉਹਦੇ ਤੋਂ ਬਾਅਦ ਉਹਦੇ ਉੱਤੇ ਕੋਈ ਗੌਰ ਕਰਕੇ ਸਾਨੂੰ ਕੋਈ ਸਰਕਾਰ ਤਜਵੀਜ਼ ਤਾਂ ਭੇਜਦੀ। ਕਹਿੰਦੇ ਉਸ ਮੰਗ ਪੱਤਰ ਦਾ ਹਾਲੇ ਤੱਕ ਕੋਈ ਜ਼ਿਕਰ ਹੀ ਨਹੀਂ ਹੋਇਆ। ਉਹ ਕਹਿੰਦੇ ਇਸ ਮੀਟਿੰਗ ਦੇ ਵਿੱਚ ਖੇਤੀਬਾੜੀ ਮੰਤਰੀ, ਰੇਲਵੇ ਮੰਤਰੀ ਦੀ ਥਾਂ ਤੇ ਜੇਕਰ ਖੁਦ ਪ੍ਰਧਾਨ ਮੰਤਰੀ ਨੂੰ ਨਾਲ ਬਿਠਾਉਂਦੇ ਤਾਂ ਪਤਾ ਲੱਗ ਜਾਂਦਾ ਕਿ ਕੁਝ ਨਾ ਕੁਝ ਹੋਊ, ਪਰ ਕਹਿੰਦੇ ਜਿਹੜਾ ਰੇਲਵੇ ਮੰਤਰੀ ਨੂੰ ਨਾਲ ਬਿਠਾਇਆ, ਇਹ ਗੱਲ ਐਨ ਜੱਗ ਜ਼ਾਹਰ ਹੋ ਰਹੀ ਹੈ ਕਿ ਜਿਸ ਤਰ੍ਹਾਂ ਪਹਿਲਾਂ ਰੇਲਵੇ ਬੋਰਡ ਦੇ ਚੇਅਰਮੈਨ ਨੇ ਆਖਿਆ ਸੀ ਕਿ ਅਸੀਂ ਦੱਸਾਂਗੇ ਕਿ ਕੀ ਕਰਨਾ ਕੀ ਨਹੀਂ ਕਰਨਾ, ਕਿਸਾਨ ਸਾਨੂੰ ਦੱਸ ਨਹੀਂ ਸਕਦੇ। ਉਹ ਕਹਿੰਦੇ ਸਾਨੂੰ ਲੱਗਦਾ ਹੈ ਕਿ ਸ਼ਰਤਾਂ ਰੇਲਵੇ ਮੰਤਰੀ ਵੱਲੋਂ ਕੱਲ੍ਹ ਕੁਝ ਥੋਪੀਆਂ ਜਾਣਗੀਆਂ। ਉਹ ਕਹਿੰਦੇ ਬਿਹਾਰ ਚੋਣਾਂ ਜਿੱਤਣ ਤੋਂ ਬਾਅਦ ਨਾ ਭਾਜਪਾ ਦੇ ਆਗੂ ਇੰਜ ਸਮਝਦੇ ਆ ਕਿ ਜਿਵੇਂ ਉਹ ਡਿਕਟੇਟਰ ਹੋ ਗਏ ਹੋਣ। ਉਹ ਕਹਿੰਦੇ ਖੇਤੀ ਕਾਨੂੰਨਾਂ ਦੇ ਹੱਕ 'ਚ ਮੋਦੀ ਸਰਕਾਰ ਨੂੰ ਮਿਲੇ ਫਤਵੇ ਤੋਂ ਬਾਅਦ ਉਹਨਾਂ ਨੂੰ ਲੱਗਦਾ ਹੈ ਕਿ ਜਿਹੜਾ ਬਿਹਾਰ ਦੇ ਵਿੱਚ ਸਾਨੂੰ ਲੋਕਾਂ ਨੇ ਫਤਵਾ ਦੇ ਦਿੱਤਾ ਹੈ, ਹੁਣ ਸਾਨੂੰ ਰੋਕਣ ਵਾਲਾ ਕੋਈ ਨਹੀਂ। ਪਰ ਦੂਸਰੇ ਪਾਸੇ ਤੁਹਾਨੂੰ ਯਾਦ ਹੋਣਾ ਕਿ ਭਾਵੇਂ ਬਿਹਾਰ ਦੀ ਚੋਣ ਹੋਵੇ, ਭਾਵੇਂ ਕੇਂਦਰ ਦੀ ਚੋਣ ਹੋਈ ਸੀ, ਜਾਂ ਕਿਸੇ ਸੂਬੇ ਦੇ ਵਿੱਚ ਜ਼ਿਮਨੀ ਚੋਣ ਹੁੰਦੀ ਹੈ, ਵਾਰ-ਵਾਰ ਭਾਜਪਾ ਦੇ ਆਗੂ ਵਿਕਾਸ ਦੀ ਗੱਲ ਕਰਦੇ ਨੇ, ਸਭ ਦਾ ਵਿਕਾਸ ਕਹਿੰਦੇ ਨੇ। ਹੁਣ ਆਹ ਜਿਹੜਾ ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ RBI, ਰਿਜ਼ਰਵ ਬੈਂਕ ਆਫ ਇੰਡੀਆ ਦੀ ਇੱਕ ਰਿਪੋਰਟ ਆਈ ਹੈ ਜਿਹਨੇ ਜਿਹੜੇ ਇਹ ਦਾਅਵੇ ਭਾਰਤੀ ਜਨਤਾ ਪਾਰਟੀ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ ਤਾਂ ਪੋਲ ਖੋਲ ਕੇ ਰੱਖ ਦਿੱਤੀ ਹੈ। RBI ਦੀ ਰਿਪੋਰਟ ਦੇ ਮੁਤਾਬਕ ਜੁਲਾਈ ਤੋਂ ਸਤੰਬਰ ਦੇ ਅਰਸੇ ਦੌਰਾਨ ਭਾਰਤ GDP ਗਿਰਾਵਟ ਕਾਰਨ ਤਕਨੀਕੀ ਤੌਰ ਤੇ ਮੰਦੀ ਵਿੱਚ ਦਾਖਲ ਹੋ ਚੁੱਕਿਆ ਹੈ। RBI ਦੇ ਆਰਥਿਕ ਗਤੀਵਿਧੀ ਸੂਚਕ ਮੁਤਾਬਕ ਚਾਲੂ ਵਿੱਤੀ ਸਾਲ ਦੀ ਦੂਸਰੀ ਤਿਮਾਹੀ ਵਿੱਚ ਵੀ ਭਾਰਤ ਦੀ ਜਿਹੜੀ GDP ਗਰੋਥ ਹੈ ਉਹ ਨਕਾਰਾਤਮਕ ਰਹੀ ਹੈ। ਇਸ ਤਿਮਾਹੀ ਦੌਰਾਨ GDP ਵਿੱਚ 8.6% ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੂਸਰੀ ਤਿਮਾਹੀ ਵਿੱਚ GDP ਗਿਰਾਵਟ ਨਾਲ ਆਪਣੇ ਇਤਿਹਾਸ ਵਿੱਚ ਪਹਿਲੀ ਵਾਰ, ਆ ਨੋਟ ਕਰਨ ਵਾਲੀ ਗੱਲ ਹੈ ਕਿ ਦੂਸਰੀ ਤਿਮਾਹੀ ਵਿੱਚ GDP ਗਿਰਾਵਟ ਨਾਲ ਆਪਣੇ ਇਤਿਹਾਸ ਵਿੱਚ ਪਹਿਲੀ ਵਾਰ 2020-21 ਦੇ ਪਹਿਲੇ ਅੱਧ ਵਿੱਚ ਤਕਨੀਕੀ ਮੰਦੀ ਵਿੱਚ ਦਾਖਲ ਹੋਇਆ। ਹੁਣ ਜਦੋਂ ਰਿਜ਼ਰਵ ਬੈਂਕ ਆਫ ਇੰਡੀਆ ਨੇ ਰਿਪੋਰਟ ਇਹ ਦੇ ਦਿੱਤੀ ਕਿ ਇਤਿਹਾਸ ਵਿੱਚ ਪਹਿਲੀ ਵਾਰੀ, ਤਾਂ ਫਿਰ ਕਾਂਗਰਸ ਵਾਲੇ ਜਿਹੜੇ ਵਿਰੋਧੀ ਨੇ ਉਹਨਾਂ ਨੇ ਤਾਂ ਜੰਮ ਕੇ ਵਰਨਾ ਸੀ। ਕਾਂਗਰਸ ਨੇ ਮੌਜੂਦਾ ਵਿੱਤੀ ਵਰ੍ਹੇ ਦੀ ਦੂਸਰੀ ਤਿਮਾਹੀ 'ਚ ਆਹ ਗਿਰਾਵਟ ਸੰਬੰਧੀ ਅੰਦਾਜ਼ਿਆਂ ਨੂੰ ਲੈ ਕੇ ਦਾਅਵਾ ਕੀਤਾ ਕਿ ਅਰਥਚਾਰਾ ਭਿਆਨਕ ਮੰਦੀ ਦੀ ਲਪੇਟ ਵਿੱਚ ਆ ਚੁੱਕਿਆ। ਉਧਰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਇਸ ਖਬਰ ਨੂੰ ਦਬਾਉਣ ਦੇ ਵਾਸਤੇ ਰਾਹਤ ਪੈਕੇਜ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਦੇ ਆਗੂ ਨੇ ਰਾਹੁਲ ਗਾਂਧੀ, ਉਹਨਾਂ ਨੇ ਮੋਦੀ ਸਰਕਾਰ ਤੇ ਨਿਸ਼ਾਨਾ ਬੰਨ੍ਹਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਕਾਰਨ ਪਹਿਲੀ ਵਾਰੀ ਹੋਇਆ ਕਿ ਭਾਰਤ ਮੰਦੀ ਦੇ ਦੌਰ ਵਿੱਚ ਲਗਾਤਾਰ ਗਰਕ ਰਿਹਾ। ਉਹਨਾਂ ਟਵੀਟ ਕੀਤਾ, ਉਹ ਕਹਿੰਦੇ ਮੋਦੀ ਦੀਆਂ ਨੀਤੀਆਂ ਨੇ ਭਾਰਤ ਦੀ ਤਾਕਤ ਨੂੰ ਕਮਜ਼ੋਰੀ 'ਚ ਬਦਲਿਆ। ਪਾਰਟੀ ਦੇ ਇੱਕ ਹੋਰ ਸੀਨੀਅਰ ਆਗੂ ਨੇ ਪੀ ਚਿਦੰਬਰਮ, ਬੜੇ ਕੱਦਵਾਰ ਨੇਤਾ ਨੇ, ਉਹਨਾਂ ਨੇ ਵੀ ਦੋਸ਼ ਲਾਇਆ ਕਿ ਅਰਥਚਾਰੇ ਨੂੰ ਲੀਹਾਂ ਤੇ ਲਿਆਉਣ ਦੀ ਸਰਕਾਰ ਕੋਲ ਕੋਈ ਯੋਜਨਾ ਨਹੀਂ, ਸਿਰਫ ਗੱਲਾਂ ਨੇ, ਸਿਰਫ ਜੁਮਲੇ ਨੇ। ਹੁਣ ਇਹ ਸਾਬਕਾ ਵਿੱਤ ਮੰਤਰੀ ਰਿਹਾ ਪੀ ਚਿਦੰਬਰਮ, ਕਹਿੰਦੇ ਲਗਾਤਾਰ 2 ਤਿਮਾਹੀਆਂ ਦੇ ਵਿੱਚ ਨਕਾਰਾਤਮਕ ਜਿਹੜਾ ਵਿਕਾਸ ਦੀ ਦਰ, ਇਹ ਭਿਆਨਕ ਮੰਦੀ ਹੈ। ਉਹ ਕਹਿੰਦੇ ਮੌਜੂਦਾ ਸਮੇਂ ਦੇ ਵਿੱਚ 4 ਕਦਮ ਉਠਾਉਣਾ ਇਸ ਵਕਤ ਸਮੇਂ ਦੀ ਲੋੜ ਹੈ। ਪਹਿਲਾ, ਉਹ ਕਹਿੰਦੇ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਵਾਜਬ ਭਾਅ ਮਿਲੇ, ਉਹਦੀ ਮੰਗ ਵਧਾਈ ਜਾਵੇ, ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾਣ ਅਤੇ ਸੂਬਿਆਂ ਨੂੰ ਕੇਂਦਰ ਵੱਲੋਂ ਵਧੇਰੇ ਪੈਸਾ ਦਿੱਤਾ ਜਾਵੇ ਤਾਂ ਕਿ ਆਰਥਿਕਤਾ ਮੁੜ ਲੀਹ ਤੇ ਚਾੜ੍ਹੀ ਜਾ ਸਕੇ। ਨਹੀਂ ਜਿਸ ਤਰ੍ਹਾਂ ਲਗਾਤਾਰ 2 ਤਿਮਾਹੀਆਂ ਗਿਰਾਵਟ ਵੱਲ ਨੂੰ ਜਾ ਰਹੀਆਂ ਨੇ ਅਤੇ ਭਾਰਤ ਦੀ ਰਿਜ਼ਰਵ ਬੈਂਕ ਆਫ ਇੰਡੀਆ ਨੇ ਇਹ ਗੱਲ ਆਖ ਦਿੱਤੀ ਹੈ ਕਿ ਇਤਿਹਾਸ ਵਿੱਚ ਪਹਿਲੀ ਵਾਰੀ ਭਾਰਤ ਮੰਦੀ ਦੇ ਦੌਰ ਵਿੱਚ ਸ਼ਾਮਲ ਹੈ। ਤੇ ਫਿਰ ਨਰਿੰਦਰ ਮੋਦੀ ਜਾਂ ਉਹਨਾਂ ਦੀ ਸਰਕਾਰ ਕਿਵੇਂ ਕਹਿ ਰਹੀ ਹੈ ਕਿ ਭਾਰਤ ਵਿਕਾਸ ਦੀਆਂ ਲੀਹਾਂ ਤੇ ਹੈ? ਕਿਵੇਂ ਕਹਿ ਰਹੇ ਨੇ ਕਿ ਭਾਰਤ ਦੇ ਵਿੱਚ ਇਸ ਵਕਤ ਜਿਹੜੀ ਤਰੱਕੀ ਹੋ ਰਹੀ ਹੈ ਅੱਜ ਤੱਕ ਕਦੇ ਹੋਈ ਨਹੀਂ? ਪਰ ਰਿਜ਼ਰਵ ਬੈਂਕ ਆਫ ਇੰਡੀਆ ਦੀ ਰਿਪੋਰਟ ਉਹਨਾਂ ਦੀਆਂ ਇਹਨਾਂ ਗੱਲਾਂ ਦੇ ਉੱਤੇ ਕਰਾਰੀ ਝੋਟ ਕਰ ਰਹੀ ਹੈ। ਤੇ ਹੁਣ ਬੀਤੇ ਕਈ ਦਿਨਾਂ ਤੋਂ ਤੁਸੀਂ ਲਗਾਤਾਰ ਕਹਿੰਦੇ ਸੀ
ਕਿ ਬਿਹਾਰ ਚੋਣਾਂ ਦਾ ਲੇਖਾ ਜੋਖਾ ਤਾਂ ਕਰਿਓ। ਬਿਹਾਰ ਚੋਣਾਂ ਹੋ ਵੀ ਗਈਆਂ ਨੇ, NDA ਜਿਸ ਦੇ ਵਿੱਚ ਨਤੀਸ਼ ਵੀ ਸੀ, ਭਾਜਪਾ ਸੀ, ਜਿੱਤ ਵੀ ਦਰਜ ਕਰ ਚੁੱਕੇ ਨੇ, ਕਈ ਹੋਰ ਪਾਰਟੀਆਂ ਸੀ। ਪਰ ਜਿੱਤ ਤੋਂ ਬਾਅਦ ਇਹ ਪਹਿਲੀ ਵਾਰੀ ਵੇਖਿਆ ਜਾ ਰਿਹਾ ਹੈ ਕਿ ਜਿੱਤਣ ਵਾਲਿਆਂ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਹੋਣ, ਕਿਉਂਕਿ ਚੋਣਾਂ ਦੇ ਨਤੀਜੇ ਆ ਗਏ ਹੈ। NDA ਦਾ ਜਿਹੜਾ ਗੱਠਜੋੜ ਸੀ ਉਹਨੂੰ ਬਹੁਮਤ ਵੀ ਮਿਲ ਗਿਆ। NDA ਦੇ ਗੱਠਜੋੜ ਨੂੰ 125 ਸੀਟਾਂ ਮਿਲੀਆਂ ਨੇ। ਜਿਹੜਾ ਦੂਸਰੇ ਪਾਸੇ ਇਹਨਾਂ ਦਾ ਵਿਰੋਧੀ ਮਹਾਂ ਗੱਠਜੋੜ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ, ਉਹਨਾਂ ਨੂੰ 110 ਸੀਟਾਂ ਮਿਲੀਆਂ ਨੇ। ਭਾਵੇਂ ਤੇਜਸਵੀ ਯਾਦਵ ਬਿਹਾਰ ਦੀ ਸੱਤਾ ਤੇ ਕਾਬਜ਼ ਨਹੀਂ ਹੋ ਸਕਿਆ, ਪਰ ਜਾਪਦਾ ਇੰਝ ਹੈ ਕਿ ਉਹ ਹਾਰ ਕੇ ਵੀ ਜਿੱਤਿਆ, ਤੇ ਦੂਸਰੇ ਨਤੀਸ਼ ਵਰਗੇ ਭਾਜਪਾ ਇਹ ਲੱਗਦਾ ਹੈ ਕਿ ਜਿੱਤ ਕੇ ਵੀ ਹਾਰੇ ਹੈ। ਉਹਦਾ ਕਾਰਨ ਇਹ ਹੈ ਕਿ ਭਾਜਪਾ ਭਾਵੇਂ ਚੰਗੀਆਂ ਸੀਟਾਂ ਜਿੱਤਣ ਦੇ ਵਿੱਚ ਕਾਮਯਾਬ ਹੋ ਗਈ, ਪਰ ਭਾਜਪਾ ਚੋਣਾਂ ਦੇ ਵਿੱਚ ਤੇਜਸਵੀ ਯਾਦਵ ਦੇ ਪ੍ਰਬੰਧ ਅਤੇ ਸਫਲਤਾ ਤੋਂ ਇਸ ਵਕਤ ਕੰਬ ਰਹੀ ਹੈ, ਡਰ ਰਹੀ ਹੈ, ਕਿਉਂਕਿ ਇੱਧਰਲੇ ਪਾਸੇ ਫੌਜ, ਲਾਮ ਲਸ਼ਕਰ ਪੂਰਾ। ਨਤੀਸ਼ ਦੀ ਪਹਿਲਾਂ ਵੀ ਬਿਹਾਰ 'ਚ ਸਰਕਾਰ, ਕੇਂਦਰ 'ਚ ਭਾਜਪਾਈਆਂ ਦੀ ਸਰਕਾਰ, ਪਰ ਤੇਜਸਵੀ ਇਕੱਲਾ, ਵਨ ਮੈਨ ਆਰਮੀ, ਨਾ ਕੋਈ ਤਾਕਤ, ਸਾਧਨ ਇਹਨਾਂ ਦੇ ਮੁਕਾਬਲੇ ਘੱਟ, ਫਿਰ ਵੀ ਇੰਨੀ ਫਸਵੀਂ ਟੱਕਰ। ਲਾਲੂ ਪ੍ਰਸਾਦ ਯਾਦਵ ਜੇਲ੍ਹ 'ਚ ਬੈਠਾ, ਫਿਰ ਵੀ ਤੇਜਸਵੀ ਨੂੰ ਜਿਹੜੀਆਂ ਸੀਟਾਂ ਮਿਲੀਆਂ ਨੇ, ਜਿਹੜਾ ਵੋਟ ਸ਼ੇਅਰ ਮਿਲਿਆ, ਉਹ ਸਾਫ਼ ਤੌਰ ਤੇ ਦੱਸ ਰਿਹਾ ਹੈ ਕਿ ਬਿਹਾਰ ਦੀ ਰਾਜਨੀਤੀ ਦੇ ਵਿੱਚ ਭਾਜਪਾ ਵਾਸਤੇ ਰਾਹ ਕੋਈ ਸੁਖਾਲਾ ਜਾਂ ਪੱਧਰਾ ਨਹੀਂ। ਇਹਨਾਂ ਚੋਣ ਨਤੀਜਿਆਂ ਨੇ ਇਹ ਖੁਲਾਸਾ ਕੀਤਾ ਕਿ ਲਾਲੂ ਪਰਿਵਾਰ ਹਾਲੇ ਵੀ ਰਾਜਨੀਤੀ ਕਰੂ, ਉਹਨੂੰ ਪਾਸੇ ਨਹੀਂ ਕੀਤਾ ਜਾ ਸਕਦਾ। ਲਾਲੂ ਦੀ ਗੈਰ ਹਾਜ਼ਰੀ ਦੇ ਵਿੱਚ ਭਾਜਪਾ ਦੀਆਂ 74, ਉਹਦੇ ਮੁਕਾਬਲੇ 75 ਸੀਟਾਂ ਲਿਆਉਣ ਵਾਲੇ ਤੇਜਸਵੀ ਯਾਦਵ ਨੇ ਸਾਬਤ ਕੀਤਾ ਕਿ ਸਾਰਾ ਕੁਝ ਝੋਕਿਆ। ਉੱਥੇ ਨਰਿੰਦਰ ਮੋਦੀ ਚੋਣ ਰੈਲੀਆਂ ਨੂੰ ਸੰਬੋਧਨ ਕਰਦੇ ਰਹੇ, ਕੇਂਦਰ ਦੇ ਵਜ਼ੀਰ ਕਿਸਾਨਾਂ ਨਾਲ ਮੀਟਿੰਗ ਨਹੀਂ ਸੀ ਕਰ ਰਹੇ, ਬਿਹਾਰ ਦੇ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਸੀ। ਫਿਰ ਵੀ ਭਾਜਪਾ ਨੂੰ 74 ਸੀਟਾਂ ਮਿਲੀਆਂ ਨੇ, ਤੇਜਸਵੀ ਨੂੰ 75 ਮਿਲ ਗਈਆਂ। ਹੁਣ ਨਰਿੰਦਰ ਮੋਦੀ ਵੱਡੇ ਆਗੂ ਨੇ ਇਹ ਵੀ ਪ੍ਰਚਾਰਿਆ ਜਾ ਰਿਹਾ ਕਿ ਉਹਨਾਂ ਵਰਗਾ ਇਸ ਵਕਤ ਭਾਰਤ ਵਿੱਚ ਕੋਈ ਨੇਤਾ ਨਹੀਂ, ਪਰ ਫਿਰ ਵੀ ਇੱਕ ਸੀਟ ਤੇਜਸਵੀ ਕੋਲ ਵੱਧ ਹੈ। ਹੁਣ ਚੋਣ ਨਤੀਜੇ ਇਹ ਦੱਸ ਰਹੇ ਨੇ ਕਿ ਦੋਵਾਂ ਗੱਠ ਜੋੜਾਂ ਦੀਆਂ ਵੋਟਾਂ ਵਿੱਚ ਸੰਨ ਲੱਗੀ ਹੈ। ਜੇ ਆਪਾਂ ਚਿਰਾਗ ਦੀ ਗੱਲ ਕਰੀਏ, ਉਹਨੇ NDA ਗੱਠਜੋੜ ਵਿੱਚ ਜ਼ਰੂਰ ਸੰਨ ਲਾਈ ਹੈ। ਓਵੈਸੀ ਨੇ ਮਹਾਂ ਗੱਠਜੋੜ ਵਿੱਚ ਸੰਨ ਲਾਈ ਹੈ। ਓਵੈਸੀ ਅਤੇ ਮੁਸਲਿਮ ਵੋਟਾਂ ਭਾਜਪਾ ਲਈ ਵਰਦਾਨ ਸਾਬਤ ਆਖੀਆਂ ਜਾ ਸਕਦੀਆਂ, ਕਿਉਂਕਿ ਮੁਸਲਮਾਨਾਂ ਦੇ ਪ੍ਰਭਾਵਸ਼ਾਲੀ ਸੀਮਾਚਲ ਦੇ ਵਿੱਚ ਉਮੀਦ ਤੋਂ ਵੱਡੀ ਜਿੱਤ ਨੇ ਭਾਜਪਾ ਦੇ ਮਨੋਬਲ ਨੂੰ ਜ਼ਰੂਰ ਹੁਲਾਰਾ ਦਿੱਤਾ। ਹੁਣ ਜਦੋਂ ਬਿਹਾਰ ਦੇ ਚੋਣ ਨਤੀਜੇ ਆਪਣੇ ਸਾਹਮਣੇ ਪਏ ਆ, ਸਪਸ਼ਟ ਕਰ ਰਹੇ ਹੈ ਕਿ ਓਵੈਸੀ ਵਰਗੇ ਨੇਤਾ ਭਾਜਪਾ ਨੂੰ ਲਾਭ ਪਹੁੰਚਾਉਂਦੇ ਰਹਿਣਗੇ, ਪਰ ਖੱਬੇ ਪੱਖੀ ਪਾਰਟੀਆਂ ਦੀ ਵਾਪਸੀ ਨੇ ਵੀ ਸੰਕੇਤ ਦਿੱਤੇ ਹੈ ਕਿ ਬਿਹਾਰ ਦੇ ਵਿੱਚ ਜਨਤਕ ਮੁੱਦਿਆਂ ਦੀ ਰਾਜਨੀਤੀ ਮਜ਼ਬੂਤ ਹੋ ਰਹੀ ਹੈ। ਕੋਈ ਵੇਲਾ ਹੁੰਦਾ ਸੀ ਉੱਥੇ ਜਾਤ ਅਤੇ ਧਰਮ ਦੀ ਰਾਜਨੀਤੀ ਮਜ਼ਬੂਤ ਹੋਇਆ ਕਰਦੀ ਸੀ, ਪਰ ਅਜੇ ਖੱਬੇ ਪੱਖੀ ਦੁਬਾਰਾ ਉੱਭਰਿਆ। ਇਹ ਨਤੀਜੇ ਫਿਰ ਸਪਸ਼ਟ ਕਰ ਰਹੇ ਆ ਕਿ ਕਿਤੇ ਨਾ ਕਿਤੇ ਹੁਣ ਲੋਕ ਕੰਮਾਂ ਤੇ ਬੇਰੁਜ਼ਗਾਰੀ ਦੇ ਮੁੱਦੇ ਬਣਾ ਰਹੇ ਨੇ। ਮਹਾਂ ਗੱਠਜੋੜ ਦੀ ਮੁੱਦਿਆਂ ਦੀ ਜਿੱਤ, ਮਹਾਂ ਗੱਠਜੋੜ ਮੁੱਦਿਆਂ ਤੇ ਜਿੱਤਿਆ, ਸੀਟਾਂ ਦੇ ਪੱਖ ਤੋਂ ਭਾਵੇਂ ਹਾਰ ਗਿਆ, ਪਰ ਬਿਹਾਰ ਚੋਣਾਂ ਵਿੱਚ ਰਾਜਨੀਤਿਕ ਪਾਰਟੀਆਂ ਦੀ ਜਿੱਤ ਅਤੇ ਹਾਰ ਨਾਲੋਂ ਵੀ ਮਹੱਤਵਪੂਰਨ ਚੋਣਾਂ ਦਾ ਮੁੱਦਾ ਰਿਹਾ। ਹੁਣ ਤੇਜਸਵੀ ਯਾਦਵ ਨੇ ਬਿਹਾਰ ਵਿੱਚ ਧਰਮ ਅਤੇ ਜਾਤੀ ਦੀ ਭੂਮਿਕਾ ਨੂੰ ਲੰਬੇ ਸਮੇਂ ਤੋਂ ਬਾਅਦ ਕਮਜ਼ੋਰ ਕੀਤਾ। ਆਪਣੇ ਬਾਪ ਦੇ ਬਿਲਕੁਲ ਉਹ ਉਲਟ ਚੱਲਿਆ। ਤੇਜਸਵੀ ਯਾਦਵ ਨੇ ਜਿਹੜੀ ਇਸ ਚੋਣਾਂ ਦੇ ਦੌਰਾਨ ਪ੍ਰਚਾਰ ਕੀਤਾ, ਬੇਰੁਜ਼ਗਾਰੀ ਦੀ ਗੱਲ ਕਰ ਰਿਹਾ ਸੀ, ਗਰੀਬੀ ਦੂਰ ਕਰਨ ਦੀ ਗੱਲ ਕਰ ਰਿਹਾ ਸੀ, ਭੁੱਖਮਰੀ, ਇਹ ਉਹਨੇ ਮੁੱਦੇ ਬਣਾਏ ਸੀ ਤੇ NDA ਨੂੰ ਇਸ ਮੁੱਦੇ ਤੇ ਜਵਾਬ ਦੇਣਾ ਪਿਆ ਸੀ। ਯਕੀਨਨ ਜਿੱਤ ਤੋਂ ਬਾਅਦ ਹੁਣ ਭਾਜਪਾ ਦੇ ਆਗੂ ਇਸ ਜਿੱਤ ਦਾ ਸਿਹਰਾ ਨਰਿੰਦਰ ਮੋਦੀ ਨੂੰ ਦੇ ਰਹੇ ਨੇ, ਪਰ ਭਾਜਪਾ ਇਹ ਜ਼ਰੂਰ ਜਾਣਦੀ ਹੈ ਕਿ ਨਰਿੰਦਰ ਮੋਦੀ ਦੀ ਸਖਤ ਚੋਣ ਮੁਹਿੰਮ ਤੋਂ ਬਾਅਦ ਵੀ ਤੇਜਸਵੀ ਯਾਦਵ ਨੇ ਨਰਿੰਦਰ ਮੋਦੀ ਨੂੰ ਪਛਾੜਿਆ, ਇੱਕ ਸੀਟ ਵਾਧੂ ਜਿੱਤੀ ਹੈ 75 ਤੇ 74 ਦੇ ਫਰਕ ਨਾਲ। ਹੁਣ ਤੇਜਸਵੀ ਯਾਦਵ ਨੇ ਭਾਜਪਾ ਤੇ ਨਤੀਸ਼ ਨੂੰ ਬੇਰੁਜ਼ਗਾਰੀ, ਭੁੱਖਮਰੀ ਵਰਗੇ ਮੁੱਦਿਆਂ ਤੇ ਲੋਕਾਂ ਦੇ ਨਾਲ ਗੱਲਬਾਤ ਕਰਨ ਵਾਸਤੇ ਮਜਬੂਰ ਕਰ ਦਿੱਤਾ ਸੀ। ਤੇਜਸਵੀ ਯਾਦਵ ਦਾ ਭਾਜਪਾ ਕੋਲ ਜਵਾਬ ਹੈ ਨਹੀਂ ਸੀ। ਹੁਣ NDA ਨੇ ਫਿਰ ਆਖਰਕਾਰ ਗੁੰਡਾ ਰਾਜ, ਜੰਗਲ ਰਾਜ ਇਹ ਮੁੱਦਾ ਬਣਾਇਆ। ਹੁਣ ਜਿਹੜੀ ਪਹਿਲੀ ਚੋਣ ਹੋਈ ਸੀ, ਪਹਿਲੇ ਪੜਾਅ ਦੇ ਵਿੱਚ ਲੱਗਦਾ ਸੀ ਕਿ ਤੇਜਸਵੀ ਯਾਦਵ ਇਹਨਾਂ ਦੇ ਨਾਲੋਂ ਕਿਤੇ ਅੱਗੇ ਲੰਘ ਗਿਆ। ਜਿਹੜੀਆਂ ਫਿਰ ਬਾਅਦ ਦੇ ਵਿੱਚ ਦੂਸਰੇ 2 ਪੜਾਵਾਂ ਦੀਆਂ ਚੋਣਾਂ ਹੋਈਆਂ ਨੇ ਨਾ, ਉਹਦੇ ਵਿੱਚ ਦੂਜੇ ਤੇ ਤੀਜੇ ਪੜਾਅ ਦੇ ਵਿੱਚ ਜੰਗਲ ਰਾਜ ਦੇ ਮੁੱਦੇ ਤੇ ਵੋਟਾਂ ਨੂੰ ਇਹਨਾਂ ਨੇ ਲੋਕਾਂ ਨੂੰ ਪ੍ਰੇਰਿਆ ਕਿ ਗੁੰਡਾ ਰਾਜ ਦਾ ਜੇਕਰ ਖਾਤਮਾ ਚਾਹੁੰਦੇ ਹੋ, ਜੰਗਲ ਰਾਜ ਦਾ ਮੁੱਦਾ ਬਣਾਇਆ ਗਿਆ
ਤੇ ਦੋਵੇਂ ਗੱਠਜੋੜਾਂ ਦੁਆਰਾ ਪ੍ਰਾਪਤ ਵੋਟਾਂ ਸਪਸ਼ਟ ਤੌਰ ਤੇ ਇਹ ਸੰਕੇਤ ਕਰ ਰਹੀਆਂ ਨੇ ਕਿ ਮੁਕਾਬਲਾ ਫੁੱਲ ਸਖਤ ਰਿਹਾ। ਇਹ ਭਾਜਪਾ ਤੇ ਨਤੀਸ਼ ਲਈ ਇਸ ਕਰਕੇ ਚਿੰਤਾ ਦਾ ਵਿਸ਼ਾ ਹੈ ਕਿ ਹੁਣ ਆਰਜੇਡੀ ਯਾਦਵ ਨੇ ਮੁਸਲਿਮ ਸਮੀਕਰਨ ਛੱਡ ਦਿੱਤੇ। ਖੱਬੇ ਪੱਖੀ ਪਾਰਟੀ ਨਾਲ ਗੱਠਜੋੜ ਕਾਰਨ ਤੇਜਸਵੀ ਯਾਦਵ ਨੂੰ ਹੋਰਾਂ ਜਾਤਾਂ ਦੀਆਂ ਵੋਟਾਂ ਵੀ ਪਈਆਂ। ਤੇਜਸਵੀ ਯਾਦਵ ਨੂੰ ਹੋਰ ਜਾਤੀਆਂ ਨੇ ਵੋਟ ਦਿੱਤੀ ਹੈ। ਇਸੇ ਕਰਕੇ ਉਹਨਾਂ ਨੇ ਮੋਦੀ ਅਤੇ ਨਤੀਸ਼ ਕੁਮਾਰ ਵਰਗਿਆਂ ਦਾ ਸਖਤ ਮੁਕਾਬਲਾ ਕੀਤਾ ਹੈ। ਹੁਣ ਦਿਲਚਸਪ ਗੱਲ ਕਿਤੇ ਹੋਰ ਹੈ ਕਿ ਮਹਾਗੱਠਜੋੜ ਨੂੰ ਮੁਸਲਮਾਨਾਂ ਦੀ ਮੁੱਖ ਵੋਟ ਹਿਮਾਚਲ ਵਿਚਲੀ ਵੀ ਨਹੀਂ ਮਿਲੀ। ਉਹਦਾ ਕੀ ਕਾਰਨ ਰਿਹਾ ਹੋਊਗਾ? ਅਸਲ ਦੇ ਵਿੱਚ ਇਹ ਵੋਟ ਓਵੈਸੀ ਦੀ ਪਾਰਟੀ ਨੂੰ ਮਿਲ ਗਈ। ਕਈ ਥਾਵਾਂ ਤੇ ਭਾਜਪਾ ਨੂੰ ਇਸ ਦਾ ਲਾਭ ਜ਼ਰੂਰ ਹੋਇਆ। ਜੇ ਮੁਸਲਮਾਨ ਮਹਾਗੱਠਜੋੜ ਨੂੰ ਵੋਟਾਂ ਦਿੰਦੇ ਸ਼ਾਇਦ ਅੱਜ ਬਿਹਾਰ ਦੀ ਆਹ ਤਸਵੀਰ ਹੋਰ ਹੁੰਦੀ। ਤੇਜਸਵੀ ਦੀ ਜਿੱਤ, ਤੇਜਸਵੀ ਦੀ ਹਾਰ ਕੇ ਵੀ ਫਿਰ ਸ਼ਾਇਦ ਕੁਝ ਵੱਖਰੇ ਸਮੀਕਰਨ ਹੁੰਦੇ, ਕਿਉਂਕਿ ਉਹਦਾ ਕਾਰਨ ਇੱਕ ਇਹ ਵੀ ਹੈ ਕਿ ਤੇਜਸਵੀ ਯਾਦਵ ਦਾ ਜਿਹੜਾ ਗੱਠਜੋੜ ਸੀ ਉਹ ਕਾਂਗਰਸ ਦੇ ਨਾਲ ਸੀ। ਹੁਣ ਕਾਂਗਰਸ ਨੇ ਉਮੀਦ ਵਰਗਾ ਪ੍ਰਦਰਸ਼ਨ ਨਹੀਂ ਕੀਤਾ, ਕਿਉਂਕਿ ਕਾਂਗਰਸ ਨੇ ਚੋਣ ਲੜਨ ਦੇ ਵਾਸਤੇ ਬਿਹਾਰ ਦੇ ਵਿੱਚ 70 ਸੀਟਾਂ ਲਈਆਂ ਤੇ 70 ਦੇ ਵਿੱਚੋਂ ਜਿੱਤੀਆਂ ਸਿਰਫ 19। ਜਦੋਂ ਕਿ ਦੂਸਰੇ ਪਾਸੇ ਮੈਂ ਖੱਬੇ ਪੱਖੀਆਂ ਦੀ ਗੱਲ ਕਰ ਰਿਹਾ ਸੀ ਕਿ ਸੰਕੇਤ ਦਿੱਤੇ ਜਾ ਰਹੇ ਨੇ ਕਿ ਲੋਕਾਂ ਨੇ ਬੇਰੁਜ਼ਗਾਰੀ ਇਸ ਤਰ੍ਹਾਂ ਦੇ ਮੁੱਦਿਆਂ ਤੇ ਵੋਟ ਪਾਈ ਹੈ, ਕਿਉਂਕਿ ਖੱਬੇ ਪੱਖੀਆਂ ਨੇ ਕਾਂਗਰਸ ਨਾਲੋਂ ਕਿਤੇ ਬਿਹਤਰ ਪ੍ਰਦਰਸ਼ਨ ਕੀਤਾ। ਉਹਨਾਂ ਨੇ 29 ਸੀਟਾਂ ਤੇ ਚੋਣ ਲੜੀ, 29 ਦੇ ਵਿੱਚੋਂ 16 ਜਿੱਤ ਲਈਆਂ। ਹੁਣ ਭਵਿੱਖ ਇਸ ਗੱਲ ਨੂੰ ਤੈਅ ਕਰੂ ਕਿ ਖੱਬੇ ਪੱਖੀ ਅਤੇ ਬਿਹਾਰ ਦੇ ਵਿੱਚ ਤੇਜਸਵੀ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਨਵੇਂ ਸਮੀਕਰਨ ਬਣਾ ਸਕਦੇ ਹੈ। ਇਸੇ ਕਰਕੇ ਆ ਜਿੱਤ ਤੋਂ ਬਾਅਦ ਵੀ ਕਿਤੇ ਨਾ ਕਿਤੇ ਇਸ ਵਕਤ ਭਾਜਪਾ ਚਿੰਤਾ ਵਿੱਚ ਆ, ਸੋਚਦਾ ਰਹੀ ਹੈ ਕਿ ਸਾਡੇ ਕੋਲ ਸਾਧਨ ਵੀ ਜ਼ਿਆਦਾ ਸੀ, ਸਾਡੇ ਕੋਲ ਸਮਰੱਥਾ ਵੀ ਜ਼ਿਆਦਾ ਸੀ, ਸਾਡੇ ਕੋਲ ਬਿਹਾਰ ਦੀ ਪਹਿਲਾਂ ਵੀ ਰਾਜ ਸੱਤਾ ਰਹੀ, ਸਾਡੇ ਕੋਲ ਕੇਂਦਰ ਦੀ ਰਾਜ ਸੱਤਾ ਵੀ ਰਹੀ, ਅਸੀਂ ਚੋਣ ਰੈਲੀਆਂ ਵੀ ਵੱਧ ਕੀਤੀਆਂ, ਫਿਰ ਵੀ ਕਿਤੇ ਨਾ ਕਿਤੇ ਭਾਜਪਾ ਤੇ ਨਤੀਸ਼ ਚੋਣ ਪ੍ਰਚਾਰ ਦੇ ਵਿੱਚ ਤੇਜਸਵੀ ਦੇ ਸਾਹਮਣੇ ਟਿਕ ਨਾ ਸਕੇ। ਦੂਸਰੇ ਪਾਸੇ ਉਹਨਾਂ ਦਾ ਬਾਪ ਵੀ ਜੇਲ੍ਹ ਦੇ ਵਿੱਚ ਬੈਠਾ ਤੇ ਇਕੱਲਾ ਸੀ। ਯਕੀਨਨ ਬਿਹਾਰ ਦੀ ਰਾਜਨੀਤੀ ਵਿੱਚ ਭਾਜਪਾ ਲਈ ਭਵਿੱਖ ਸੁਖਾਲਾ ਨਹੀਂ, ਜੋ ਨਤੀਸ਼ ਕੁਮਾਰ ਨੂੰ ਛੱਡ ਕੇ ਆਪਣੇ ਆਪ ਖੜਾ ਹੋਣਾ ਚਾਹੁੰਦੀ ਸੀ, ਜਿਵੇਂ ਪੰਜਾਬ ਦੇ ਵਿੱਚ ਆਪਣੇ ਪਰ ਤੋਲ ਰਹੀ ਹੈ ਨਾ। ਭਾਜਪਾ ਦੇ ਜਿਹੜੇ ਲੋਕਲ ਨੇਤਾ ਨੇ ਨਾ ਬਿਹਾਰ ਦੇ ਵਿੱਚ ਵੀ ਉਹ ਚਾਹੁੰਦੇ ਸੀ ਕਿ ਆਪਾਂ ਨੂੰ ਇਕੱਲਿਆਂ ਨੂੰ ਚੋਣ ਲੜਨੀ ਚਾਹੀਦੀ ਹੈ। ਹੁਣ ਤੇਜਸਵੀ ਯਾਦਵ ਦੀ ਪਾਰਟੀ ਦਾ ਵੋਟ ਹਿੱਸਾ ਭਾਜਪਾ ਨਾਲੋਂ ਜ਼ਿਆਦਾ ਹੈ। ਬੀਜੇਪੀ ਨੂੰ 19.5% ਵੋਟਾਂ ਮਿਲੀਆਂ ਨੇ, ਜਦੋਂ ਕਿ ਇਹਨਾਂ ਨੂੰ 23% ਵੋਟਾਂ ਮਿਲੀਆਂ ਨੇ। ਸੋ ਹੁਣ ਕਿਤੇ ਨਾ ਕਿਤੇ ਇਹ ਸੋਚਣ ਵਾਸਤੇ ਮਜਬੂਰ ਹੋਣਗੇ ਕਿ ਕੀ ਅਗਲੀ ਵਾਰੀ ਕੁਝ ਹੋਰ ਕਾਰਪੋਰੇਟਸ ਦੇ ਨਾਲ ਦੂਰੀ ਬਣਾਈ ਜਾਵੇ ਜਾਂ ਉਹਨਾਂ ਦੇ ਨਾਲ ਨੇੜਤਾ ਵਧਾਈ ਜਾਵੇ। ਸੋ ਹੁਣ ਕਿਤੇ ਨਾ ਕਿਤੇ ਇੰਝ ਜਾਪ ਰਿਹਾ ਕਿ ਇਹ ਨਤੀਸ਼ ਅਤੇ ਭਾਜਪਾ ਦੇ ਪ੍ਰਤੀ ਗੁੱਸਾ ਉਹਨਾਂ ਦਾ ਵੀ ਆਪਣੇ ਆਪ ਹੈ, ਕਿਉਂਕਿ ਚਿਰਾਗ ਪਾਸਵਾਨ ਨੇ ਵੀ ਨੁਕਸਾਨ ਪਹੁੰਚਾਇਆ ਹੈ। ਸ਼ਾਇਦ ਜੇਕਰ ਚਿਰਾਗ ਪਾਸਵਾਨ ਇਹਨਾਂ ਦੇ ਨਾਲ ਖੜਦੇ ਤਾਂ ਹੋ ਸਕਦਾ ਭਾਵੇਂ ਉਹਨੂੰ 6% ਵੋਟਾਂ ਮਿਲੀਆਂ ਨੇ, ਪਰ 6% ਵੋਟਾਂ ਭਾਵੇਂ ਇੱਕ ਸੀਟ ਹੀ ਪ੍ਰਾਪਤ ਕਰ ਸਕਿਆ, ਪਰ ਇਹਨਾਂ ਦੀਆਂ ਸੀਟਾਂ ਵਧਾਉਣ ਦੇ ਵਿੱਚ ਕਈਆਂ ਥਾਵਾਂ ਤੇ ਯੋਗਦਾਨ ਪਾ ਸਕਦੀ ਸੀ, ਕਿਉਂਕਿ 7 ਥਾਵਾਂ ਤੋਂ ਜਿਹੜੇ ਨਤੀਸ਼ ਕੁਮਾਰ ਦੀ ਪਾਰਟੀ ਦੀ ਜਾਂ ਨਤੀਸ਼ ਕੁਮਾਰ ਦੀ ਸਰਕਾਰ ਦੇ ਵਿੱਚ ਵਜ਼ਾਰਤ ਦੇ ਵਿੱਚ ਬੰਦੇ ਬੈਠੇ ਸੀ, ਉਹਨਾਂ ਵਿੱਚੋਂ 5 ਨਤੀਸ਼ ਕੁਮਾਰ ਦੇ ਤੇ 2 ਭਾਜਪਾ ਦੇ ਹਰਾਉਣ ਦੇ ਵਿੱਚ ਚਿਰਾਗ ਪਾਸਵਾਨ ਕਾਮਯਾਬ ਹੋਇਆ ਹੈ। ਸੋ ਦੋਸਤੋ, ਇਹ ਕੁਝ ਲੇਖਾ ਜੋਖਾ ਸੀ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਨੀ ਬਣਦੀ ਸੀ ਕਿ ਸਭ ਕੁਝ ਹੋਣ ਦੇ ਬਾਵਜੂਦ ਵੀ ਹੁਣ ਨਤੀਸ਼ ਕੁਮਾਰ ਨੂੰ ਜਦੋਂ ਪੁੱਛਿਆ ਗਿਆ ਕਿ ਮੁੱਖ ਮੰਤਰੀ ਕੌਣ ਹੋਊ, ਉਹ ਕਹਿੰਦੇ ਮੁੱਖ ਮੰਤਰੀ ਜੋ ਭਾਜਪਾ ਕਹੂਗੀ। ਤੇ ਜਦੋਂ ਕੱਲ ਨਰਿੰਦਰ ਮੋਦੀ ਨੂੰ ਪੁੱਛਿਆ ਗਿਆ ਕਿ ਤੁਹਾਡਾ ਭਾਈ ਮੁੱਖ ਮੰਤਰੀ ਕੌਣ ਹੋਊਗਾ, ਉਹ ਕਹਿੰਦੇ ਦੇਖੋ ਸਾਡਾ ਮੁੱਖ ਮੰਤਰੀ ਨਤੀਸ਼ ਕੁਮਾਰ ਹੋਊਗਾ। ਦੋਵਾਂ ਲੀਡਰਾਂ ਦੇ ਜੇਕਰ ਬਿਆਨ ਦੇਖੀਏ, ਜੇ ਨਤੀਸ਼ ਕੁਮਾਰ ਦੇ ਕੰਨੀ ਆਹ ਗੱਲ ਪਈ ਹੈ, ਜਦੋਂ ਆਮ ਮੀਡੀਆ ਤੱਕ ਇਹ ਪਹੁੰਚ ਗਈ, ਫਿਰ ਨਤੀਸ਼ ਕੁਮਾਰ ਦਾ ਕਹਿਣਾ ਤਾਂ ਇਹ ਬਣਦਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਖ ਚੁੱਕਿਆ ਕਿ ਸਾਡਾ ਪ੍ਰਧਾਨ ਮੰਤਰੀ ਨਤੀਸ਼ ਕੁਮਾਰ ਹੋਊ, ਪਰ ਉਹਨਾਂ ਦਾ ਇਹ ਕਹਿਣਾ ਕਿਤੇ ਨਾ ਕਿਤੇ ਸੰਕੇਤ ਦਿੰਦਾ ਕਿ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਭ ਕੁਝ ਚੰਗਾ ਨਾ ਰਹੇ। ਸੋ ਆਓ ਅਗਲੀ ਖਬਰ ਵੱਲ ਰੁਖ ਕਰਦੇ ਹਾਂ। ਇਹ ਦਿਲਚਸਪ ਖਬਰ ਹੈ। ਖਬਰ ਤਾਇਵਾਨ ਦੇ ਵਿੱਚੋਂ ਮਿਲੀ ਹੈ। ਇੱਕ ਉੱਥੇ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਨਾਲ ਖੁਦ ਡਾਕਟਰ ਹੈਰਾਨ ਨੇ। ਹੁਣ ਕਿਸੇ ਵਿਅਕਤੀ ਦੇ ਪਸੰਦੀ ਦੇ ਖਾਣੇ ਨੂੰ ਸੁਣ ਕੇ ਮੂੰਹ ਦੇ ਵਿੱਚ ਲਾਲਾਂ ਟਪਕੇ ਆਉਂਦੀਆਂ ਨੇ, ਆਮ ਜੀ ਗੱਲ ਹੈ। ਪਰ ਆਹ ਜਿਹੜੀ ਖਬਰ ਹੈ ਇਹ ਸ਼ਾਇਦ ਪਹਿਲੀ ਵਾਰੀ ਇਸ ਤਰ੍ਹਾਂ ਦੀ ਸਾਹਮਣੇ ਆਈ ਹੈ।
ਇੱਕ ਵਿਅਕਤੀ 62 ਦਿਨਾਂ ਤੋਂ ਕੋਮਾ ਵਿੱਚ ਪਿਆ ਸੀ। ਹੋਸ਼ ਨਹੀਂ ਸੀ ਆ ਰਿਹਾ, ਜਗ ਦੁਨੀਆ ਦਾ ਪਤਾ ਕੋਈ ਨਹੀਂ ਸੀ। ਜਾਣਕਾਰੀ ਮੁਤਾਬਕ ਤਾਈਵਾਨ ਦੇ 18 ਵਰ੍ਹਿਆਂ ਦਾ ਇੱਕ ਨੌਜਵਾਨ ਜਿਸ ਦਾ ਨਾਮ ਚਿਊ ਸੀ, ਉਹਨੂੰ ਚਿਕਨ ਬੇਹੱਦ ਪਸੰਦ ਸੀ ਤੇ ਬੀਤੇ 62 ਦਿਨਾਂ ਤੋਂ ਕੋਮਾ ਵਿੱਚ ਪਿਆ ਸੀ। ਇਲਾਜ ਚੱਲ ਰਿਹਾ ਸੀ, ਪਰ ਉਹਦੇ ਸਾਹਮਣੇ ਕਿਸੇ ਨੇ ਚਿਕਨ ਦਾ ਨਾਮ ਲਿਆ। ਇਹ ਸੁਣਦਿਆਂ ਚਿਊ ਨੂੰ ਹੋਸ਼ ਆ ਗਿਆ। ਇਹ ਵੇਖ ਕੇ ਪਰਿਵਾਰ ਵੀ ਹੈਰਾਨ ਹੈ, ਇਹ ਦੇਖ ਸੁਣ ਕੇ ਡਾਕਟਰ ਵੀ ਹੈਰਾਨ ਨੇ। ਅਸਲ ਦੇ ਵਿੱਚ ਚਿਊ ਦਾ ਕੁਝ ਦਿਨ ਪਹਿਲਾਂ ਐਕਸੀਡੈਂਟ ਹੋਇਆ। ਹਾਦਸੇ ਦੇ ਦੌਰਾਨ ਉਸ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਤੇ ਸੱਟ ਜ਼ਿਆਦਾ ਸਿਰ 'ਚ ਲੱਗੀ। ਹਾਦਸੇ ਤੋਂ ਬਾਅਦ ਚਿਊ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਚਿਊ ਦਾ ਇਲਾਜ ਚੱਲ ਰਿਹਾ ਸੀ, ਜਾਨ ਭਾਵੇਂ ਬਚ ਗਈ ਪਰ ਉਸ ਨੂੰ ਸੁਰਤ ਕੋਈ ਨਹੀਂ ਸੀ। ਡਾਕਟਰਾਂ ਨੇ ਆਖ ਦਿੱਤਾ ਸੀ ਕਿ ਕੋਮਾ ਵਿੱਚ ਹੈ, ਹੋ ਸਕਦਾ ਹੈ ਕਿ ਕੋਮਾ ਵਿੱਚੋਂ ਇਹ ਬਾਹਰ ਨਾ ਆਵੇ। 62 ਦਿਨਾਂ ਦੇ ਵਿੱਚ ਕੋਮਾ ਤੋਂ ਰਹਿਣ ਤੋਂ ਬਾਅਦ ਇੱਕ ਦਿਨ ਡਾਕਟਰ ਨੇ ਦੱਸਿਆ ਕਿ ਉਸ ਦੀ ਸਰਜਰੀ ਅਸੀਂ 6 ਵਾਰ ਕਰ ਚੁੱਕੇ ਹਾਂ, ਪਰ ਸੰਭਾਵਨਾ ਨਹੀਂ ਜਾਪਦੀ। ਜਾਨ ਭਾਵੇਂ ਬਚ ਗਈ, ਹੋ ਸਕਦਾ ਕਿ ਕੋਮਾ ਚੋਂ ਬਾਹਰ ਨਾ ਨਿਕਲੇ। ਉਹਨੂੰ ਲਗਾਤਾਰ ਕੋਮਾ ਚੋਂ ਬਾਹਰ ਲਿਆਉਣ ਦਾ ਯਤਨ ਕੀਤਾ ਜਾ ਰਿਹਾ, ਪਰ ਕਾਮਯਾਬੀ ਉਦੋਂ ਮਿਲੀ ਜਾਂ ਇਹ ਆਖਿਆ ਜਾ ਸਕਦਾ ਕਿ ਚਮਤਕਾਰ ਉਦੋਂ ਹੋਇਆ ਜਦੋਂ ਚਿਊ ਦੇ ਪਰਿਵਾਰ ਦੇ ਲੋਕ ਖੁਦ ਹੈਰਾਨ ਹੋ ਗਏ, ਕਿਉਂਕਿ ਉਹਦਾ ਵੱਡਾ ਭਰਾ ਆਇਆ ਹਸਪਤਾਲ ਦੇ ਵਿੱਚ। ਉਸਨੇ ਮਜ਼ਾਕ ਦੇ ਵਿੱਚ ਕਿਹਾ, ਭਰਾ ਮੈਂ ਤੇਰਾ ਮਨਪਸੰਦੀਦਾ ਭੋਜਨ ਚਿਕਨ ਲੈ ਕੇ ਆਇਆ, ਆ ਜਾ ਬੈਠ ਕੇ ਖਾਈਏ। ਇਹਦੇ ਤੋਂ ਬਾਅਦ ਹਸਪਤਾਲ ਦੇ ਉਸ ਕਮਰੇ ਦਾ ਮਾਹੌਲ ਬਿਲਕੁਲ ਬਦਲ ਗਿਆ। ਚਿਊ ਦੀ ਧੜਕਣ ਅਚਨਚੇਤ ਤੇਜ਼ ਹੋਈ। ਹੌਲੀ ਹੌਲੀ ਚਿਊ ਹਿੱਲਿਆ ਤੇ ਥੋੜੀ ਦੇਰ ਬਾਅਦ ਚਿਊ ਨੂੰ ਹੋਸ਼ ਆ ਗਿਆ ਤੇ ਹੁਣ ਆਖਰਕਾਰ ਚਿਊ ਨੂੰ ਹਸਪਤਾਲੋਂ ਛੁੱਟੀ ਦੇ ਦਿੱਤੀ ਗਈ ਤੇ ਡਾਕਟਰ ਦੱਸਦੇ ਆ ਕਿ ਸਾਡੇ ਵਾਸਤੇ ਆਪਣੇ ਕਰੀਅਰ ਦੇ ਵਿੱਚ ਇਹ ਬਿਲਕੁਲ ਨਵੀਂ ਕਿਸਮ ਦਾ ਮਾਮਲਾ ਹੈ। ਅਗਲੀ ਖਬਰ ਇਹ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਇੱਕ ਹੋਰ ਮੀਲ ਪੱਥਰ ਗੱਡਿਆ ਗਿਆ ਘੱਟ ਗਿਣਤੀਆਂ ਦੇ ਵਾਸਤੇ। ਮੁਸਲਿਮ ਔਰਤਾਂ ਵੱਲੋਂ ਪਾਇਆ ਜਾਣ ਵਾਲਾ ਹਿਜਾਬ ਹੁਣ ਨਿਊਜ਼ੀਲੈਂਡ ਦੀ ਪੁਲਿਸ ਵਰਦੀ ਦਾ ਹਿੱਸਾ ਬਣ ਗਿਆ। ਜੀਨਾ ਅਲੀ ਹਿਜਾਬ ਪਾਉਣ ਵਾਲੀ ਨਿਊਜ਼ੀਲੈਂਡ ਵਿੱਚ ਪਹਿਲੀ ਪੁਲਿਸ ਅਫਸਰ ਹੋਵੇਗੀ ਜਿਹੜੀ ਅਗਲੇ ਦਿਨੀ ਗ੍ਰੈਜੂਏਟ ਹੋ ਕੇ ਪੁਲਿਸ ਵਿਭਾਗ ਦੇ ਵਿੱਚ ਹਿਜਾਬ ਪਾ ਕੇ ਆਕਲੈਂਡ ਦੇ ਟਮਾਕੀ ਮੁਕੌਰੂ ਖੇਤਰ ਦੇ ਵਿੱਚ ਡਿਊਟੀ ਕਰੇਗੀ। ਇੱਥੇ ਇਹ ਗੱਲ ਦੱਸਣੀ ਬਣਦੀ ਹੈ ਕਿ ਇਸ ਤੋਂ ਪਹਿਲਾਂ ਸਾਲ 2008 ਵਿੱਚ ਪੱਗ ਨੂੰ ਮਾਨਤਾ ਦਿੱਤੀ ਗਈ ਸੀ ਤੇ ਉਸ ਵਕਤ ਸਰਦਾਰ ਜਗਮੋਹਨ ਸਿੰਘ ਮੱਲੀ ਨੇ ਪੱਗ ਬੰਨ੍ਹ ਕੇ ਪਹਿਲੇ ਦਸਤਾਰਧਾਰੀ ਪੁਲਿਸ ਅਫਸਰ ਬਣਨ ਦਾ ਰਿਕਾਰਡ ਜਾਂ ਸਿਹਰਾ ਆਪਣੇ ਸਿਰ ਬੰਨ੍ਹਿਆ ਸੀ। ਸੋ ਦੋਸਤੋ, ਇਹ ਸਨ ਅੱਜ ਦੀਆਂ ਕੁਝ ਖਬਰਾਂ। ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀਆਂ ਚੰਗੀਆਂ ਲੱਗੀਆਂ ਹੋਣਗੀਆਂ। ਇਸ ਦੇ ਨਾਲ ਹੀ ਸਮੇਂ ਦੀ ਸਮਾਪਤੀ ਹੋਣ ਜਾ ਰਹੀ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਭਰਾ।